ਗੁਰਪ੍ਰੀਤ ਸਿੰਘ जी जो कि स्वर्गवासी MLA सरदार बलवंत ਸਿੰਘ शाहपुर जी ਦੇ बड़े बेटे ने ਤੇ ਹੁਣੇ ਇਹਨਾਂ ਨੇ ਅਕਾਲੀ ਦਲ ਤੋਂ ਅਸਤੀਫਾ ਦੇ ਕੇ BJP ਜੁਆਇਨ ਕੀਤੀ ਹੈ ਤੇ BJP ਦੇ ਪੰਜਾਬ ਦੇ ਕਾਰਜਕਾਰਨੀ ਮੈਂਬਰ ਨੇ। ਅੱਜ ਪ੍ਰੈਸ ਨੂੰ ਇੰਟਰਵਿਊ ਦੇ ਵਿੱਚ ਕੁਝ ਸਵਾਲਾਂ ਦੇ ਜਵਾਬ ਦੇਣਗੇ। ਲਓ ਜੀ ਜਥੇਦਾਰ ਸਾਹਿਬ, ਅੱਜ ਤੁਸੀਂ ਪ੍ਰੈਸ ਕਾਨਫਰੰਸ ਨਾਭੇ ਪਹੁੰਚੇ ਹੋ ਜੀ, ਕਿਉਂਕਿ BJP ਦਾ ਜਿਹੜਾ ਵੱਡਾ ਮਸਲਾ ਕਿਸਾਨੀ ਮੋਰਚਾ ਚੱਲ ਰਿਹਾ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਪੰਜਾਬ? ਮੇਰੀ ਇੱਕ ਤੋਂ ਮਹੀਨਾ ਤੋਂ ਪਹਿਲਾਂ ਸਕਾਈ ਨਿਊਜ਼ ਤੇ ਇੰਟਰਵਿਊ ਆਈ ਸੀਗੀ, ਸ਼ਾਇਦ ਤੁਹਾਡੇ ਸੱਜਣਾਂ ਨੇ ਦੇਖੀ ਹੋਵੇ ਜਾਂ ਨਾ। ਉਦੋਂ ਮੈਂ ਇੱਕ ਗੱਲ ਬੜੀ ਬੇਬਾਕੀ ਨਾਲ ਕਹੀ ਸੀਗੀ ਕਿ ਸੰਵਾਦ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਜਿੰਨੀ ਦੇਰ ਤੱਕ ਸੰਵਾਦ ਨਹੀਂ ਹੋਏਗਾ ਉਨੀ ਦੇਰ ਤੱਕ ਕਿਸੇ ਗੱਲ ਦਾ ਹੱਲ ਨਹੀਂ ਹੋ ਸਕਦਾ। ਆਪਾਂ ਜੇ ਪਿਛੋਕੇ ਵੱਲ ਵੀ ਆਪਣੇ ਝਾਤ ਮਾਰੀਏ, ਵਿਸ਼ਵ ਯੁੱਧ ਵੀ ਹੋਏ ਨੇ, ਸੰਸਾਰ 'ਚ ਜੰਗਾਂ ਲੜੀਆਂ ਗਈਆਂ ਨੇ, ਪਰ ਅਖੀਰਕਾਰ ਹੱਲ ਟੇਬਲ ਟਾਪ ਤੇ ਨਿਬੜਦੀ ਹੈ ਕਿਸੇ ਵੀ ਮੁੱਦੇ ਦਾ ਹੱਲ ਕੋਈ ਵੀ ਹੈ। ਕਿਸਾਨ ਧਿਰਾਂ ਦਾ ਸਭ ਤੋਂ ਵੱਡਾ ਜੋ ਹੁਣ ਡਰਾਬੈਕ ਸਾਹਮਣੇ ਆ ਗਿਆ, ਉਸ ਟਾਈਮ ਨਹੀਂ ਸੀ ਆਇਆ ਜਿਸ ਟਾਈਮ ਮੈਂ ਇੰਟਰਵਿਊ ਦਿੱਤੀ ਸੀ। ਉਸ ਟਾਈਮ ਮੇਰਾ ਇੱਕੋ ਸੀ ਵੀ ਸੰਵਾਦ ਤੋਂ ਬਿਨਾਂ ਕੋਈ ਹੱਲ ਨਹੀਂ। BJP ਬਹੁਤ ਵਿਸ਼ਾਲ ਦਿਲ ਤੇ ਵਿਸ਼ਾਲ ਘੇਰੇ ਵਾਲੀ, ਹਰ ਇੱਕ ਖਾਸ ਕਰ ਕਿਸਾਨੀ ਨੂੰ ਲੈ ਕੇ ਜੋ ਮੋਦੀ ਸਾਹਿਬ ਦਾ ਮਿਸ਼ਨ ਹੈ ਕਿ ਮੈਂ ਕਿਸਾਨ ਦੀ ਜਿਹੜੀ ਬੇਸਿਕਲੀ ਕਿਸਾਨੀ ਇੱਕ ਲਾਹੇਵੰਦ ਨਾ ਹੋ ਕੇ ਇੱਕ ਇਹੋ ਜਿਹਾ ਧੰਦਾ ਜਾਂ ਕਿਰਤ ਬਣ ਗਈ ਜਿਹਦੇ 'ਚ ਲਾਗਤ ਜ਼ਿਆਦਾ ਹੈ ਤੇ ਮੁੱਲ ਘੱਟ ਹੈ। ਉਹਨਾਂ ਦਾ ਜਿਹੜਾ ਮਿਸ਼ਨ ਹੈ ਕਿ ਮੈਂ ਦੁੱਗਣੀ ਕਰਨੀ ਹੈ ਕਿਸਾਨ ਦੀ ਆਮਦਨ, ਉਹਨੂੰ ਸਾਡੇ ਜਿਹੜੇ ਕਿਸਾਨ ਆਗੂ ਨੇ ਉਹ ਸਮਝ ਨਹੀਂ ਪਾ ਰਹੇ ਹੈਗੇ। ਮੈਂ ਉਦੋਂ ਵੀ ਕਿਹਾ ਸੀ ਕਿ ਬਿੱਲਾਂ 'ਚ ਸੁਧਾਰ ਹੋ ਜਾਏਗਾ ਜੇ ਸੰਵਾਦ ਕਰਨਗੇ, ਪਰ ਸੰਵਾਦ ਤੋਂ ਪਹਿਲਾਂ ਹੀ BJP ਨੇ ਵੱਡੀ ਫਰਾਕ ਦੀ ਲਿਖਾਈ ਹੈ। MSP ਦੀ ਜਿੱਥੇ ਗਰੰਟੀ ਦਿੱਤੀ ਹੈ ਉੱਥੇ ਕਈ ਫਸਲਾਂ ਦਾ ਜਿਹੜਾ ਆਪਾਂ ਇੱਕ ਮੁੱਦਾ ਵਿਸ਼ੇਸ਼ ਸੀ ਕਿ ਕੋਰਟ ਜਾਣ ਦੀ ਪਰਮਿਸ਼ਨ ਨਹੀਂ ਹੈਗੀ ਜੇ ਕਾਰਪੋਰੇਟ ਘਰਾਣੇ ਕਿਸੇ ਆਮ ਕਿਸਾਨ ਨਾਲ ਲੜਦੇ ਨੇ, ਤਾਂ ਉਹਦੇ 'ਚ ਸੋਧ ਆਲਰੇਡੀ ਕਰ ਚੁੱਕੀ ਹੈ। ਸੁਪਰੀਮ ਕੋਰਟ ਨੇ ਕਾਨੂੰਨਾਂ 'ਤੇ ਰੋਕ ਲਾਈ ਹੋਈ ਹੈ ਆਲਰੇਡੀ 2 ਸਾਲ ਲਈ, 1.5 ਸਾਲ ਲਈ ਜੋ ਵੀ ਹੈ। ਸੋ ਇਹਨੂੰ ਕਿਸਾਨ ਯੂਨੀਅਨਾਂ ਹੁਣ ਆਪੇ ਤੁਹਾਡੇ ਸਾਹਮਣੇ ਆ ਗਿਆ ਹੈਗਾ, ਕਿਸਾਨਾਂ ਯੂਨੀਅਨ ਆਪੇ ਭਾਪੋ ਧਾੜ ਹੋਈਆਂ ਨੇ। ਅੱਛਾ, ਜੇਕਰ ਕਿਸਾਨ ਯੂਨੀਅਨਾਂ ਇਹ ਕਹਿ ਰਹੀਆਂ ਨੇ ਵੀ ਸਾਨੂੰ ਇਸ ਦੀ ਲੋੜ ਨਹੀਂ ਹੈਗੀ, ਤਾਂ ਇਸ ਦੇ ਉੱਤੇ ਮੋਦੀ ਸਰਕਾਰ ਕਿਉਂ ਇਹ ਕਰ ਰਹੀ ਹੈ ਵੀ ਅਸੀਂ ਬਿੱਲ ਲਾਗੂ ਕਰਨੇ ਨੇ? ਉਹ ਕਹਿੰਦੇ ਸਾਨੂੰ ਲੋੜ ਨਹੀਂ ਗੀ, ਇਹਦੇ ਵਾਸਤੇ ਕੁਛ ਨਹੀਂ। ਪਹਿਲੀ ਗੱਲ ਤਾਂ ਇਹ ਹੈ ਵੀ ਬਿੱਲ ਅਜੇ ਲਾਗੂ ਹੈ ਹੀ ਨਹੀਂ। ਅਸਲੀਅਤ ਦੇ ਵਿੱਚ ਜੇ ਆਪਾਂ ਕਿਸੇ ਲੋਕਤੰਤਰ ਢਾਂਚੇ 'ਚ ਦੇਖਾਂਗੇ, ਜੇ ਕੋਈ ਧਾਰਾ ਬਣੀ ਹੋਈ ਹੈ ਸੰਵਿਧਾਨ 'ਚ ਉਹਦੀ ਸੋਧ ਹੋਈ ਹੈ ਤਾਂ ਲਾਗੂ ਹੋ ਜਾਂਦੀ ਹੈ। ਜਿਵੇਂ 144 ਧਾਰਾ ਵੀ ਕਰਫਿਊ ਲੱਗੂਗਾ। ਤੁਸੀਂ ਮੈਨੂੰ ਪਹਿਲੀ ਗੱਲ ਤਾਂ ਸੁਪਰੀਮ ਕੋਰਟ ਹਿੰਦੁਸਤਾਨ ਦੀ ਸਰਵਉੱਚ ਅਦਾਲਤ ਨੇ ਇਸ ਦੇ ਹੱਕ ਵਿੱਚ ਬਿੱਲਾਂ ਦੇ ਮਾਫ ਕਰਨਾ, ਲੋਕਾਂ ਦੀ ਤਰਜਮਾਨੀ ਕਰਦੇ ਜਿਹੜੀ ਯੂਨੀਅਨਾਂ ਨੇ ਜਾਂ ਕਿਸਾਨ ਦੀ ਤਰਜਮਾਨੀ ਕਰਦੇ ਹੋਏ ਸੁਪਰੀਮ ਕੋਰਟ ਨੇ ਖੁਦ ਹੀ ਰੋਕ ਲਾਤੀ ਹੈਗੀ ਹੈ। ਬਾਕੀ ਤੁਹਾਡੀ ਗੱਲ ਮੈਂ ਫੇਰ ਅੱਜ ਕਹਿਣਾ ਹੈਗਾ ਤੁਹਾਡੇ ਮਾਧਿਅਮ ਨਾਲ ਕਿ ਜਦੋਂ ਸਾਰੀਆਂ ਧਿਰਾਂ ਇੱਕ ਸੁਰ ਹੋ ਕੇ ਬੈਠਣਗੀਆਂ ਤਾਂ ਮੈਂ ਉਦੋਂ ਵੀ ਇਹੀ ਗੱਲ ਕਹੀ ਸੀ, ਮੈਂ ਅੱਜ ਵੀ ਕਹਿਣਾ ਮੋਦੀ ਸਾਹਿਬ ਬਹੁਤ ਫਰਾਕ ਦਿਲ ਨੇ, ਉਹ ਬਿੱਲ ਰੱਦ ਵੀ ਕਰ ਸਕਦੇ ਨੇ ਪਰ ਆ ਕੇ ਬੈਠ ਕੇ ਗੱਲ ਕਰਨ। ਸਰ ਇੱਕ ਗੱਲਬਾਤ ਆ ਟੇਬਲ ਟਾਪ ਹੋ ਸਕਦੀ ਹੈ, ਪਰ ਪਿਛਲੀਆਂ 12 ਗੱਲਬਾਤਾਂ ਦਾ ਕੀ ਨਤੀਜਾ ਨਿਕਲਿਆ? ਪਰ ਉਸ ਵਿੱਚ ਤਾਂ ਗੱਲਬਾਤ ਹੋਈ ਨਹੀਂ ਜੀ। ਨਹੀਂ ਜੀ ਬਿਲਕੁਲ ਹੋਈ ਹੈ, ਕਿਉਂਕਿ TV ਦੇ ਉੱਤੇ ਇਹਦਾ ਅਨਾਉਂਸ ਹੁੰਦਾ ਰਿਹਾ। ਦੇਖੋ ਹਾਂਜੀ, ਮੈਂ ਤੁਹਾਨੂੰ ਅਨਾਉਂਸ ਹੁੰਦਾ ਰਿਹਾ ਤੇ ਤੋਮਰ ਸਾਹਿਬ ਇਹ ਕਹਿੰਦੇ ਰਹੇ ਨੇ ਕਿ ਅਸੀਂ ਗੱਲਬਾਤ ਲੈ ਕੇ ਆਏ, ਪਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਗੱਲਾਂ ਨੂੰ ਨਕਾਰਤਾ, ਔਰ ਜਿਹੜੀ ਸਰਕਾਰ ਲੈ ਕੇ ਆਉਂਦੀ ਸੀ ਜਥੇਬੰਦੀਆਂ ਨੇ ਕਰਨੇ। ਫਿਰ ਟੇਬਲ ਟਾਕ ਦਾ ਕੀ ਮਤਲਬ ਰਹਿ ਜਾਂਦਾ ਹੈ? ਦੇਖੋ ਜਦੋਂ ਆਪਾਂ ਇੱਕ ਗੱਲ ਕਹਿ ਦੇਣੀ ਯੈਸ ਔਰ ਨੋ, ਉੱਥੇ ਕੀ ਗੱਲਬਾਤ ਦਾ ਸਿਗਨਲ ਹੋਏਗਾ? ਕਿਉਂਕਿ ਜਥੇਬੰਦੀਆਂ ਇੱਕ ਚੀਜ਼ ਤੇ ਅੜ ਗਈਆਂ ਯੈਸ ਔਰ ਨੋ। BJP ਤਾਂ ਅੱਜ ਵੀ ਕਹਿੰਦੀ ਹੈ, ਪ੍ਰਧਾਨ ਮੰਤਰੀ ਦਾ ਖੁਦ ਬਿਆਨ ਆਇਆ ਕੱਲ੍ਹ ਪਰਸੋਂ ਕਿ ਮੈਂ ਕਿਸਾਨਾਂ ਦੇ ਹਿੱਤਾਂ ਦੇ ਨਾਲ ਹਾਂ, ਮੈਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਸਰ ਇੱਕ ਕਿਸਾਨੀ ਮੁੱਦੇ ਤੋਂ ਹਟ ਕੇ ਥੋੜ੍ਹਾ ਜਿਹਾ ਇੱਕ ਮੈਂ ਸਵਾਲ ਕਰਨਾ ਚਾਹੁੰਦਾ। ਹਾਂਜੀ, ਕਿ ਜਿਸ ਤਰ੍ਹਾਂ ਪਿੱਛੇ ਦੇ ਹੁਣ GST ਦਾ ਦੁਆਰਾ ਪੁਨਰਗਠਨ ਰੀਆਰਗਨਾਈਜ਼ ਹੋਈ ਸੀ, GST ਦਾ ਕਰਿਆ, ਹਰ ਚੀਜ਼ GST ਦੇ ਘੇਰੇ 'ਚ ਲਿਆਂਦੀ, ਪੈਟਰੋਲ ਡੀਜ਼ਲ ਤੇ ਗੈਸ ਨੂੰ ਕਿਉਂ ਨਹੀਂ ਲਿਆਉਣਾ ਚਾਹੁੰਦੀ BJP ਨੇ ਤਾਂ ਏਜੰਡਾ ਰੱਖਤਾ ਸੀ, ਪਰ ਸੂਬਾ ਸਰਕਾਰਾਂ ਇਸ ਤੇ ਸਹਿਮਤੀ ਨਹੀਂ ਜਤਾ ਰਹੀਆਂ। ਕਿਉਂਕਿ ਜੇ ਅੱਜ GST ਨੂੰ ਘਟਾਉਣ ਲਈ ਸੂਬਾ ਸਰਕਾਰਾਂ ਦੇ ਅੱਜ ਪੰਜਾਬ ਦੇ ਵਿੱਚ ਹੀ ਜਦੋਂ ਪਿਛਲੇ ਮੇਰੇ ਖਿਆਲ 2 ਹਫ਼ਤਿਆਂ ਦੀ ਗੱਲ ਹੈ GST ਦੀ ਮੀਟਿੰਗ ਹੋਈ ਹੈ, ਉਹਦੇ ਵਿੱਚ ਸੂਬਾ ਸਰਕਾਰਾਂ ਦੀ ਭੂਮਿਕਾ ਬੜੀ ਵੱਡੀ ਅਹਿਮ ਹੈ। ਅੱਜ ਪੈਟਰੋਲ ਤੇ ਡੀਜ਼ਲ ਦਾ ਰੇਟ ਜੇ ਸੂਬਾ ਸਰਕਾਰਾਂ ਮੰਨ ਜਾਂਦੀਆਂ ਨੇ ਤਾਂ ਘੱਟੋ ਘੱਟ ਨਹੀਂ 8 ਜਾਂ 10 ਰੁਪਏ ਦਾ ਫਰਕ ਅੱਜ ਹੀ ਪੈ ਜਾਂਦਾ। ਸਰ ਨਿਰਮਲਾ ਸੀਤਾਰਮਣ ਜੋ ਦੇਸ਼ ਦੇ ਆਪਣੇ
ਹਾਂ, ਉਹਨਾਂ ਨੇ ਉਹਦਾ ਬਿਆਨ ਸੀ ਕਿ ਜੀਐਸਟੀ ਦੇ ਘੇਰੇ ਅੰਦਰ ਅਸੀਂ ਪੈਟਰੋਲੀਅਮ ਪਦਾਰਥ ਨਹੀਂ ਲੈ ਸਕਦੇ। ਨਹੀਂ, ਇਹ ਦੇਖੋ ਸਟੇਟਮੈਂਟ ਹੈ ਜੀ। ਦੇਖੋ ਮੈਂ ਤੁਹਾਡੀ ਗੱਲ ਤੋਂ ਮੁਨਕਰ ਨਹੀਂ ਹੈਗਾ ਵੀ ਤੁਸੀਂ ਜੋ ਕਹਿ ਰਹੇ ਹੋ ਗਲਤ ਹੈ, ਪਰ ਬੀਜੇਪੀ ਇਸ ਗੱਲ ਲਈ ਸੰਜੀਦਾ ਹੈ, ਪਰ ਉਹਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਸੂਬਾ ਸਰਕਾਰਾਂ ਦੀ ਹੈ। ਇੱਕ ਸਵਾਲ ਗੈਸ ਕਨੈਕਸ਼ਨਾਂ ਲੈ ਕੇ ਆਉਂਦੇ ਸੀ ਤੇ ਲੋੜਵੰਦਾਂ ਨੂੰ ਜਾਂ ਨੇੜਲੇ ਸੰਬੰਧਾਂ ਵਾਲੇ ਬੰਦਿਆਂ ਨੂੰ ਦਿੰਦੇ ਸੀਗੇ, ਪਰ ਅੱਜ ਘਰ ਘਰ ਗੈਸ ਪੁੱਜ ਗਈ। ਉਜਵਲ ਯੋਜਨਾ ਪਹਿਲੇ ਦੇ ਅਧੀਨ ਅੰਸ਼ੁਮਾਨ ਕਾਰਡ ਜੋ ਬਣਿਆ ਹੈਗਾ, ਜਿਹਦੇ ਵਿੱਚ ਜੇ ਤੁਸੀਂ ਬਰੀਕੀ ਨਾਲ ਦੇਖੋਗੇ ਹਰ ਇੱਕ ਬਿਮਾਰੀ ਲਈ, ਖਾਸ ਕਰ ਗਰੀਬ ਵਰਗ ਲਈ ਜਿਹਦਾ ਵੀ ਨੀਲਾ ਕਾਰਡ ਬਣਿਆ, ਉਹਦੇ 'ਚ ਕੋਈ ਜਾਤ ਕੈਟਾਗਰੀ ਜਾਂ ਧਰਮ ਨਹੀਂ ਹੈਗਾ। ਉਹਦੇ 'ਚ ਹਰ ਇੱਕ ਜਿਹੜਾ ਬੰਦਾ ਗਰੀਬੀ ਰੇਖਾ ਥੱਲੇ ਹੈਗਾ, ਉਹਦੇ ਵਿੱਚ 1.5 ਲੱਖ ਹੈ ਕਿਸੇ ਬਿਮਾਰੀ ਲਈ, ਕਿਸੇ ਲਈ 3.5 ਲੱਖ ਹੈ, ਕਿਸੇ 'ਚ 2.5 ਲੱਖ ਹੈ। ਥੋੜੇ ਜਿਹੇ ਦਿਨਾਂ ਦੀ ਗੱਲ ਹੈ, ਬਿਰਧਨੋਂ ਪਿੰਡ ਦੇ ਵਿੱਚ ਮੇਰੇ ਬਹੁਤ ਪਿਆਰੇ ਮਿੱਤਰ ਨੇ ਸਰਦਾਰ ਸੁਖਚੈਨ ਸਿੰਘ ਬਿਰਧਨੋਂ, ਉਹਨਾਂ ਦੇ ਭਰਾ ਦਾ ਉਰੇ 90 ਐਕਸੀਡੈਂਟ ਹੋ ਗਿਆ। ਉਹ ਉਰੇ ਫੋਰਮੈਨ ਦੇ ਤੌਰ ਤੇ ਕੰਮ ਕਰਦੇ ਸੀ। ਰੁਪਈਆ ਮੇਰਾ ਖਿਆਲ ਸ਼ਾਇਦ 1.5 ਲੱਖ ਲੱਗਿਆ ਜਾਂ ਲੱਖ ਰੁਪਇਆ ਲੱਗਿਆ। ਉਹ ਉਹਨਾਂ ਦਾ ਅੰਸ਼ੁਮਾਨ ਕਾਰਡ ਬਣਿਆ ਸੀ। ਨਹੀਂ, ਉਹ ਗਰੀਬ ਬੰਦਾ ਇੱਕ ਫੋਰਮੈਨ ਹੈ, ਉਹਦਾ ਲੱਤ ਟੁੱਟ ਗਈ, ਉਹ ਕਿੱਥੋਂ 1.5 ਲੱਖ ਰੁਪਇਆ ਲਾ ਸਕਦਾ ਸੀ। ਹੁਣ ਚਾਹੁੰਦੀਆਂ ਨੇ ਅਜੇ 4 ਸਾਲ 3 ਸਾਲ ਸਰਕਾਰ ਦਾ ਹੋਰ ਸਮਾਂ ਪਿਆ। ਬੀਜੇਪੀ ਬਹੁਤ ਉન્નਤੀ ਕਰੂਗੀ, ਹਰ ਇੱਕ ਵਾਅਦਾ ਪੂਰਾ ਕਰੇਗੀ। ਸਰ ਆਯੁਸ਼ਮਾਨ ਕਾਰਡ ਚੱਲ ਰਹੇ ਨੇ? ਬਿਲਕੁਲ ਚੱਲ ਰਹੇ ਨੇ। ਮੈਂ ਤੁਹਾਨੂੰ ਉਦਾਹਰਨ ਦਿੱਤੀ ਹੈ ਹੁਣੇ। ਹਾਂਜੀ, ਵੀ ਨਹੀਂ ਨਹੀਂ, ਇਹ ਆਮ ਤੌਰ ਤੇ ਬਣ ਰਹੇ ਨੇ ਦੁਕਾਨ ਤੇ ਆਮ ਬਣ ਰਹੇ ਨੇ। ਆਮ ਬਣ ਰਹੇ ਨੇ। ਉਹਦੇ 'ਚ ਕੀ ਹੈ, ਇੱਕ ਮਿੰਟ। ਉਹਦੇ 'ਚ ਜਿਹੜਾ ਖੁਰਾਕ ਸਪਲਾਈ ਵਿਭਾਗ ਹੈ, ਕਿਉਂਕਿ ਮੈਨੂੰ ਤਾਂ ਪਤਾ ਹੈ, ਮੇਰੇ ਮਾਤਾ ਜੀ ਖੁਦ ਉੱਚ ਅਹੁਦੇ ਤੋਂ ਰਿਟਾਇਰ ਹੋਏ ਨੇ, ਕਿਉਂਕਿ ਮੈਂ ਇਹਦਾ ਖੁਦ ਪ੍ਰੋਸੀਜਰ ਪੁੱਛਿਆ, ਕਿਉਂਕਿ ਕਈ ਲੋੜਵੰਦ ਸੱਜਣ ਪੁੱਛ ਲੈਂਦੇ ਨੇ। ਉਹਦੇ ਵਿੱਚ ਕੀ ਹੁੰਦਾ, ਖੁਰਾਕ ਤੁਸੀਂ ਅਪਲਾਈ ਕਰਨਾ ਹੈਗਾ ਪੋਰਟਲ 'ਤੇ, ਖੁਰਾਕ ਸਪਲਾਈ ਵਿਭਾਗ ਤੁਹਾਡਾ ਵਿਜ਼ਿਟ ਕਰਦਾ ਹੈਗਾ। ਹਾਂ, ਮੈਂ ਬਤੌਰ ਬੀਜੇਪੀ ਵੱਲੋਂ ਕਾਰਜਕਾਰਨੀ ਵੱਲੋਂ ਜਾਂ ਨਾਭੇ ਹਲਕੇ ਦੀ ਨੁਮਾਇੰਦਗੀ ਵੱਲੋਂ ਮੈਂ ਤੁਹਾਡੇ ਮਾਧਿਅਮ ਨਾਲ ਵੀ ਸੰਦੇਸ਼ ਦਿੰਦਾ ਵੀ ਜੇ ਵੀ ਕਿਸੇ ਵੀ ਸੱਜਣ ਨੂੰ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਮੁਸ਼ਕਲ ਆਉਂਦੀ ਹੈ, ਕੋਈ ਮਹਿਕਮਾ ਮੁਸ਼ਕਲ ਕ੍ਰੀਏਟ ਕਰਦਾ, ਜਿਹਦਾ ਜਾਇਜ਼ ਬਣਦਾ ਹੈਗਾ। ਮੈਂ ਨਹੀਂ ਕਹੂੰਗਾ ਹੁਣ ਪਿੰਡਾਂ ਦੇ ਵਿੱਚ ਤਾਂ ਮਾਫ਼ ਕਰਨਾ, ਮੈਂ ਖੁਦ ਮੇਰੇ ਪਿੰਡ ਦੇ ਵਿੱਚ 2-3 ਇਹੋ ਜਿਹੇ ਧਨੀ ਪਰਿਵਾਰ ਨੇ ਜਿਨ੍ਹਾਂ ਦੇ ਵਿੱਚ ਉਹ ਆਟਾ ਦਾਲ ਸਕੀਮ 'ਚ ਆਏ ਹੋਏ ਨੇ, ਉਹ ਪਰ ਰਾਜਸੀ ਭੇਟ ਚੜ੍ਹੇ ਹੋਏ ਨੇ, ਉਹ ਗੱਲ ਵੱਖਰੀ ਇੱਕ। ਪਰ ਅੰਸ਼ੁਮਾਨ ਕਾਰਡ ਵੀ ਬਣ ਰਹੇ ਨੇ। ਉਜਵਲ 2 ਯੋਜਨਾ ਮੁੱਖ ਪ੍ਰਧਾਨ ਮੰਤਰੀ ਜੀ ਨੇ ਅਨਾਉਂਸ ਕਰ ਦਿੱਤੀ ਹੈਗੀ ਹੈ। ਉਹਦੇ ਅਧੀਨ ਹੁਣ ਫੇਰ ਮੈਂ ਤੁਹਾਡੇ ਮਾਧਿਅਮ ਨਾਲ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਹੁਣ ਫੇਰ ਇੱਕ ਗੈਸ ਚੁੱਲ੍ਹਾ ਤੇ ਸਿਲੰਡਰ ਦੁਬਾਰਾ ਤੋਂ ਫੇਰ ਮਿਲਣੇ। ਉਜਵਲ 2 ਯੋਜਨਾ ਦੀ